कोई भी ਜਿਹੜਾ ਓਪੋਨੈਂਟ ਮੇਰਾ ਇਸ ਵੇਲੇ ਇਲੈਕਸ਼ਨ ਲੜ ਰਿਹਾ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਉਹ ਕੋਈ ਵੀ ਇੱਥੋਂ ਦਾ ਲੋਕਲ ਨਹੀਂ ਹੈਗਾ। ਵਾਅਦੇ ਬਹੁਤ ਹੋਏ, ਚੋਣ ਮੈਨੀਫੈਸਟੋ ਵਿੱਚ ਅਪੀਲਾਂ ਦਲੀਲਾਂ ਦਿੱਤੀਆਂ ਗਈਆਂ ਕਿ ਬਣਵਾਵਾਂਗੇ, ਪਰ ਕਦੀ ਕਿਸੇ ਨੇ ਬਣਵਾਉਣ ਦੀ ਕੋਸ਼ਿਸ਼ ਤਾਂ ਦੂਰ ਆਵਾਜ਼ ਵੀ ਨਹੀਂ ਉਠਾਈ। 25 ਸਾਲ ਤੋਂ ਉਹ ਪੁਲ ਵਰਤਿਆ ਜਾ ਰਿਹਾ ਸੀ, ਪਰ ਉਸਦੇ ਹਾਲਾਤ ਜੇ ਤੁਸੀਂ ਦੇਖ ਲੈਂਦੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਂਦੇ ਕਿ ਇਸ ਪੁਲ ਨੂੰ ਇਹ ਵਰਤਣਯੋਗ ਕਿਵੇਂ ਇਹਨੂੰ ਸਮਝਿਆ ਜਾ ਰਿਹਾ ਸਰਕਾਰਾਂ ਵੱਲੋਂ। ਇਹਨਾਂ ਨੇ 25 ਸਾਲ ਕਦੀ ਸੋਚਿਆ ਨਹੀਂ ਕਿ ਉਸਦੀ ਮੁਰੰਮਤ ਵੀ ਕਰਾਈ ਜਾਏ। ਮੈਂ ਤੁਹਾਨੂੰ ਇੰਨਾ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਪਿਛਲੀ ਵਾਰੀ ਨਾਲੋਂ ਜ਼ਿਆਦਾ ਸੀਟਾਂ ਜਿੱਤ ਕੇ ਅਸੀਂ ਸਰਕਾਰ ਬਣਾਵਾਂਗੇ। 2022 ਦੀ ਚੋਣਾਂ ਦਾ ਜਿਹੜਾ ਟਾਈਮ ਹੈ ਬੜਾ ਘੱਟ ਰਹਿ ਗਿਆ ਹੈ। ਅਸੀਂ ਖੜੇ ਹਾਂ ਸੁਨਾਮ ਦੇ ਵਿੱਚ ਪਿਛਲੀ ਵਾਰ ਦੀ ਇਲੈਕਸ਼ਨ ਲੜ ਚੁੱਕੇ ਕਾਂਗਰਸ ਪਾਰਟੀ ਤੋਂ ਦਮਨ ਬਾਜਵਾ ਦੇ ਘਰ ਦੇ ਵਿੱਚ ਖੜੇ ਹਾਂ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਲੈਕਸ਼ਨ ਦੀ ਕਿੱਦਾਂ ਦੀ ਤਿਆਰੀ ਚੱਲ ਰਹੀ ਹੈ, ਲੋਕਾਂ ਦਾ ਕਿੰਨਾ ਹੁੰਗਾਰਾ ਮਿਲ ਰਿਹਾ, ਉਹਨਾਂ ਵੱਲੋਂ ਕਿੰਨੀ ਕੁ ਤਿਆਰੀ ਚੱਲ ਰਹੀ ਹੈ। ਗੱਲਬਾਤ ਕਰਦੇ ਹਾਂ। ਬਾਜਵਾ ਜੀ, ਸਭ ਤੋਂ ਪਹਿਲਾਂ ਦੱਸੋ ਕਿ 2022 ਦੀ ਚੋਣਾਂ ਨੇੜੇ ਆ ਚੁੱਕੀਆਂ ਨੇ, ਕਿੱਦਾਂ ਦੀ ਤਿਆਰੀ ਹੈ? ਪੂਰੀ ਤਿਆਰੀ ਹੈ ਜੀ। ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਤਿਆਰੀ ਹੈ, ਡਟੇ ਹੋਏ ਆ, 5 ਸਾਲਾਂ ਤੋਂ ਡਟੇ ਹੋਏ ਆ। ਕਦੀ ਇੱਕ ਦਿਨ ਐਸਾ ਨਹੀਂ ਹੋਇਆ ਕਿ ਸਾਡੀ ਤਾਂ ਇਲੈਕਸ਼ਨ ਦੀ ਤਿਆਰੀ 5 ਸਾਲਾਂ ਤੋਂ ਹੀ ਚੱਲ ਰਹੀ ਹੈ। ਔਰ ਇਲੈਕਸ਼ਨ ਦੀ ਨਹੀਂ, ਮੈਂ ਸਮਝਦੀ ਹਾਂ ਕਿ ਜਿਸ ਦਿਨ ਤੋਂ ਮੈਂ ਪਿਛਲੀ ਵਾਰ ਇਲੈਕਸ਼ਨ ਹਾਰੀ ਸੀ ਉਸ ਦਿਨ ਤੋਂ ਮੈਂ ਤੇ ਮੇਰੇ ਹਸਬੈਂਡ ਨੇ ਅਸੀਂ ਇਹ ਸਹੁੰ ਖਾਧੀ ਸੀ ਕਿ ਜੇ ਇਲੈਕਟੋਰਲ ਪੋਲਿਟਿਕਸ ਕਰਨੀ ਹੈ ਤਾਂ ਉੱਥੋਂ ਦੇ ਲੋਕਾਂ ਵਾਸਤੇ ਸਮਰਪਿਤ ਹੋਣਾ ਪਏਗਾ, ਉੱਥੇ ਰਹਿਣਾ ਪਏਗਾ, ਉੱਥੋਂ ਦੇ ਲੋਕਾਂ ਦੀ ਨਬਜ਼ ਨੂੰ ਸਮਝਣਾ ਪਏਗਾ, ਉੱਥੇ ਦੀਆਂ ਦੁੱਖ ਤਕਲੀਫਾਂ ਵਿੱਚ ਸ਼ਰੀਕ ਹੋਣਾ ਪਏਗਾ। ਸੋ ਅਸੀਂ ਤਾਂ 5 ਸਾਲ ਉਰੇ ਹੀ ਰਹੇ ਹਾਂ, ਇੱਥੇ ਹੀ ਸੇਵਾ ਕੀਤੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੁਣ ਕੋਈ ਫਰਕ ਹੈ ਕਿ ਹੁਣ ਇਲੈਕਸ਼ਨ ਦੇ ਨੇੜੇ ਹੈ ਤੇ ਕੋਈ ਸਪੀਡ ਡਬਲ ਹੋ ਗਈ ਹੈ ਜਾਂ ਪਹਿਲਾਂ ਘੱਟ ਸੀਗੀ। ਸਾਡਾ ਤਾਂ ਜਿਸ ਮੋਮੈਂਟਮ ਨਾਲ ਅਸੀਂ ਚੱਲੇ ਆ ਰਹੇ ਸੀ ਉਹੀ ਮੋਮੈਂਟਮ ਹੈ ਔਰ ਬਹੁਤ ਵਧੀਆ ਜਿਹੜਾ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ। ਬਾਜਵਾ ਜੀ, ਜੇ 5 ਸਾਲਾਂ ਦੀ ਗੱਲ ਕਰੀਏ, ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ, ਸੁਨਾਮ ਦੀ ਗੱਲ ਕਰਦੇ ਹਾਂ। ਸੁਨਾਮ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਕਿਹੜੇ ਕੰਮ ਤੁਹਾਡੇ ਵੱਲੋਂ ਕਰਾਏ ਗਏ? ਦੇਖੋ ਜੀ, ਸੁਨਾਮ ਹਲਕਾ ਜਿਹੜਾ ਹੈ, ਮੈਂ ਸਮਝਦੀ ਹਾਂ ਕਿ ਸੁਨਾਮ ਦੀ ਧਰਤੀ ਨੇ ਇਸ ਸਾਡੇ ਸੂਬੇ ਨੂੰ ਵੱਡੇ ਵੱਡੇ ਮੰਤਰੀ ਵੀ ਦਿੱਤੇ ਆ, ਵੱਡੇ ਵੱਡੇ ਲੀਡਰ ਦਿੱਤੇ ਆ, ਕਈ ਜਾਣੇ ਮਾਣੇ ਪਰਿਵਾਰ ਇੱਥੇ ਪਾਵਰ ਵਿੱਚ ਰਹੇ ਆ। ਔਰ ਸੁਨਾਮ ਵਿੱਚ ਕਦੀ ਕਿਸੇ ਪਾਰਟੀ ਦਾ ਬੋਲਬਾਲਾ ਨਹੀਂ ਰਿਹਾ, 2 ਪਰਿਵਾਰਾਂ ਦਾ ਹੀ ਬੋਲਬਾਲਾ ਰਿਹਾ, ਭਾਵੇਂ ਉਹ ਢੀਂਡਸੇ ਸੀ ਜਾਂ ਅਰੋੜਾ ਸੀਗੇ। ਪਰ ਬੜੀ ਅਫਸੋਸ ਦੀ ਗੱਲ ਹੈ ਕਿ ਫਿਰ ਵੀ ਸੁਨਾਮ ਜਿਹੜਾ ਹਲਕਾ ਹੈ, ਜਦੋਂ ਮੈਂ 2016 ਵਿੱਚ ਇੱਥੇ ਆਈ ਤਾਂ ਮੈਨੂੰ ਇੰਨੀ ਹੈਰਾਨੀ ਹੋਈ ਕਿ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਹੋਵੇ ਤੇ ਇੱਥੇ ਉਹਨਾਂ ਦੇ ਨਾਂ 'ਤੇ ਇੱਕ ਸਮਾਰਕ ਤੱਕ ਇਹ ਵੱਡੇ ਵੱਡੇ ਲੀਡਰ ਬਣਵਾ ਨਹੀਂ ਸਕੇ। ਹਾਂ, ਗੱਲਾਂ ਬਹੁਤ ਹੋਈਆਂ, ਵਾਅਦੇ ਬਹੁਤ ਹੋਏ, ਚੋਣ ਮੈਨੀਫੈਸਟੋ ਵਿੱਚ ਅਪੀਲਾਂ ਦਲੀਲਾਂ ਦਿੱਤੀਆਂ ਗਈਆਂ ਕਿ ਬਣਵਾਵਾਂਗੇ, ਪਰ ਕਦੀ ਕਿਸੇ ਨੇ ਬਣਵਾਉਣ ਦੀ ਕੋਸ਼ਿਸ਼ ਤਾਂ ਦੂਰ ਆਵਾਜ਼ ਵੀ ਨਹੀਂ ਉਠਾਈ। ਤਾਂ ਮੈਂ ਪਹਿਲਾਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਐਡਾ ਵੱਡਾ ਹੈ ਜਿਹੜਾ ਮੈਨੂੰ ਮਾਣ ਬਖਸ਼ਿਆ ਪਰਮਾਤਮਾ ਨੇ ਔਰ ਇੱਥੋਂ ਦੇ ਲੋਕਾਂ ਨੇ ਕਿ ਅਸੀਂ ਇੱਥੇ ਊਧਮ ਸਿੰਘ ਜੀ ਦੇ ਨਾਂ 'ਤੇ ਸਮਾਰਕ ਬਣਾਉਣ 'ਚ ਕਾਮਯਾਬ ਹੋਏ, ਲੋਕਾਂ ਦੇ ਹਵਾਲੇ ਕਰ ਚੁੱਕੇ ਹਾਂ, ਜੋ ਮੇਰਾ ਸਭ ਤੋਂ ਪਹਿਲਾ ਵਾਅਦਾ ਸੀਗਾ। ਉਸ ਤੋਂ ਇਲਾਵਾ ਤੁਸੀਂ ਦੇਖੋ, ਸੁਨਾਮ ਲੌਂਗੋਵਾਲ ਜਿਹੜਾ ਇੰਨਾ ਸਾਡਾ ਇਤਿਹਾਸਿਕ ਸ਼ਹਿਰ ਹੈ ਔਰ ਸੁਨਾਮ ਨੂੰ ਲੌਂਗੋਵਾਲ ਨਾਲ ਜੋੜਨ ਵਾਲਾ ਇੱਕੋ ਹੀ ਪੁਲ, ਜਿਹਦੇ ਉੱਪਰੋਂ ਇਹਨਾਂ ਦੇ ਮੁੱਖ ਮੰਤਰੀ ਵੀ ਗੁਜ਼ਰੇ ਔਰ 25 ਸਾਲ ਤੋਂ ਉਹ ਪੁਲ ਵਰਤਿਆ ਜਾ ਰਿਹਾ ਸੀ, ਪਰ ਉਸਦੇ ਹਾਲਾਤ ਜੇ ਤੁਸੀਂ ਦੇਖ ਲੈਂਦੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਂਦੇ ਕਿ ਇਸ ਪੁਲ ਨੂੰ ਇਹ ਵਰਤਣਯੋਗ ਕਿਵੇਂ ਇਹਨੂੰ ਸਮਝਿਆ ਜਾ ਰਿਹਾ ਸਰਕਾਰਾਂ ਵੱਲੋਂ। ਉਸ ਪੁਲ ਨੂੰ ਇਹਨਾਂ ਨੇ 25 ਸਾਲ ਕਦੀ ਸੋਚਿਆ ਨਹੀਂ ਕਿ ਉਸਦੀ ਮੁਰੰਮਤ ਵੀ ਕਰਾਈ ਜਾਏ। ਅਸੀਂ ਉੱਥੇ 3 ਨਵੇਂ ਪੁਲ ਬਣਵਾਏ ਹੈ। ਮਤਲਬ ਇੱਕ ਮੇਜਰ ਕੰਮ, PWD ਮਿਨਿਸਟਰ ਇੱਥੋਂ ਢੀਂਡਸਾ ਸਾਹਿਬ ਰਹੇ, ਉਹਨਾਂ ਨੇ ਕਦੀ ਬਣਵਾਉਣ ਬਾਰੇ ਨਹੀਂ ਸੋਚਿਆ। ਉਸ ਤੋਂ ਇਲਾਵਾ ਦੇਖੋ, ਜਿਹਨੂੰ ਕਹਿ ਲਓ ਕਿ ਬੇਮਿਸਾਲ ਇੱਥੇ ਡਿਵੈਲਪਮੈਂਟ ਦੇ ਕੰਮ ਹੋਏ ਹੈ, ਇਹੋ ਜਿਹੇ ਕੰਮ ਜਿਹੜੇ 25 30 ਸਾਲ ਕਦੀ ਕਿਸੇ ਨੇ ਕਰਵਾਏ ਨਹੀਂ। ਡੰਪਸ, ਜਿਹੜੇ ਕੂੜੇ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਇੱਕ ਜਿਹੜਾ ਸਾਡਾ ਸਿਟੀਜ਼ਨ ਹੈ ਉਹ ਕੀ ਡਿਮਾਂਡ ਕਰਦਾ ਸਰਕਾਰ ਤੋਂ ਕਿ ਸਾਨੂੰ ਸਾਫ਼ ਸਫਾਈ ਹੋਵੇ, ਸਾਡੇ ਆਲੇ ਦੁਆਲੇ ਸਾਡੇ ਰਹਿਣ ਦੇ ਸਾਡੇ ਹਾਲਾਤ ਇੱਥੇ ਚੰਗੇ ਹੋਣ। ਸ਼ਹਿਰਾਂ ਵਿੱਚ 30 ਸਾਲ ਪੁਰਾਣੇ ਡੰਪ ਜਿਹੜੇ ਛੋਟੇ ਕਾਰਨਾਂ ਕਰਕੇ ਨਹੀਂ ਸੀ ਚੱਕੇ ਜਾ ਰਹੇ, ਉਹ ਚਕਵਾਏ ਹੈ ਔਰ ਪਰਮਾਨੈਂਟਲੀ ਚਕਵਾਏ ਹੈ। ਤੁਸੀਂ ਸਾਡਾ ਮੇਨ ਚੌਂਕ ਹੈ ਸ਼ਿਵ ਨਿਕੇਤਨ ਚੌਂਕ, ਉੱਥੇ 30 ਸਾਲ ਮੈਂ ਕਹਿੰਦੀ ਹਾਂ ਇੱਕ ਥਾਵੇਂ ਡੰਪ ਲੱਗਦਾ ਸੀਗਾ ਔਰ ਸ਼ਹਿਰ ਦੇ ਵਿੱਚੋਂ ਵਿੱਚ ਲੱਗਦਾ ਸੀ, ਜਿੱਥੇ ਸਾਰੀ ਸਾਡੀ ਫਾਸਟ ਫੂਡ ਰੇਹੜੀਆਂ ਸਭ ਕੁਝ ਉੱਥੇ ਹੀ ਹੈ। ਉਹ ਡੰਪ ਅੱਜ ਉੱਥੋਂ ਚਕਾ ਕੇ ਉਸ ਥਾਂ ਨੂੰ ਜਮਾਂ ਸਾਫ਼ ਕਰਾ ਕੇ ਟਾਈਲਾਂ ਲਵਾਈਆਂ। ਸਾਡੀ ਸੀਤਾਸਰ ਰੋਡ ਹੈ, ਉੱਥੇ ਆਲੇ ਦੁਆਲੇ ਸਾਡਾ ਜਿਹੜਾ ਸ਼ਹਿਰ ਦਾ ਦਿੱਖ ਹੈ, ਜਿੱਥੋਂ ਸ਼ਹਿਰ ਦੇ ਵਿੱਚ ਲੋਕ ਵੜਦੇ ਨੇ, ਜਿੱਥੋਂ ਬਠਿੰਡਾ ਵੱਲੋਂ ਜੇ ਆਓ ਤਾਂ ਸਭ ਤੋਂ ਪਹਿਲਾਂ ਨਜ਼ਰ ਉਹ ਆਉਂਦਾ ਹੈ। ਉੱਥੇ ਇੰਨੇ ਢੇਰ ਸੀਗੇ, ਉਹ ਚਕਵਾਏ, ਉੱਥੇ ਤਾਰਾਂ ਲਵਾਈਆਂ ਫਿਰਵਾਈਆਂ ਤਾਂ ਕਿ ਉੱਥੇ ਕਦੀ ਦੁਬਾਰਾ ਉਵੇਂ ਕੂੜਾ ਨਾ ਹੋਵੇ। ਬॉय ਸਕੂਲ ਦੇ ਕੋਲ, ਡਾਕਖਾਨੇ ਦੇ ਕੋਲ, ਇਹੋ ਜਿਹੇ 9 ਸੱਚਖੰਡ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹੋ ਜਿਹੇ ਕਿੰਨੇ ਹੀ ਨਜ਼ਾਨੇ ਡੰਪ ਸੀਗੇ ਜਿਨ੍ਹਾਂ ਵੱਲ ਇਹਨਾਂ ਨੇ ਕਦੀ ਧਿਆਨ ਹੀ ਨਹੀਂ ਦਿੱਤਾ। ਔਰ ਕਾਰਨ
ਕਿਉਂਕਿ ਐਬਸੈਂਸ ਹਲਕੇ 'ਚ ਰਹਿਣਾ ਨਹੀਂ ਸੀ ਪਸੰਦ ਕਰਦੇ। ਕੋਈ ਵੀ ਜਿਹੜਾ ਓਪੋਨੈਂਟ ਮੇਰਾ ਇਸ ਵੇਲੇ ਇਲੈਕਸ਼ਨ ਲੜ ਰਿਹਾ ਕਿਸੇ ਮਰਜ਼ੀ ਪਾਰਟੀ ਦਾ ਹੋਵੇ, ਉਹ ਕੋਈ ਵੀ ਇੱਥੋਂ ਦਾ ਲੋਕਲ ਨਹੀਂ ਹੈਗਾ। ਉਹਨਾਂ ਦੇ ਘਰ ਜ਼ਰੂਰ ਇੱਥੇ ਹੈਗੇ ਜੱਦੀ, ਪਰ ਉਹ ਰਹਿੰਦੇ ਸਾਰੇ ਚੰਡੀਗੜ੍ਹ ਨੇ, ਭਾਵੇਂ ਢੀਂਡਸਾ ਸਾਹਿਬ ਸੀ ਤੇ ਭਾਵੇਂ ਅਰੋੜਾ ਸਾਹਿਬ ਹੈ। ਹੁਣ ਜ਼ਰੂਰ ਵੋਟਾਂ ਲੱਗ ਕੇ ਸਾਰਾ ਪਰਿਵਾਰ ਆ ਗਿਆ, ਪਰ 5 ਸਾਲ ਇੱਥੇ ਲੱਭੇ ਨਹੀਂ। ਆਪਣੀ ਟੱਕਰ ਕਿਹੜੀ ਪਾਰਟੀ ਨਾਲ ਮੰਨਦੇ ਹੋ, ਕਿਹੜੇ ਕੈਂਡੀਡੇਟ ਨਾਲ ਮੰਨਦੇ ਹੋ? ਦੇਖੋ ਮੇਰਾ ਕੰਪੀਟੀਸ਼ਨ ਤਾਂ ਮੇਰੇ ਆਪ ਨਾਲ ਹੀ ਹੈ, ਆਪਣੇ ਆਪ ਨਾਲ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜੋ ਕੰਮ ਪਿਛਲੀ ਵਾਰ ਅਸੀਂ ਨਵੇਂ ਸੀਗੇ, ਸਾਡੀਆਂ ਕਈ ਕਮਜ਼ੋਰੀਆਂ ਸੀ, ਲੋਕ ਸਾਨੂੰ ਜਾਣਦੇ ਨਹੀਂ ਸੀ, ਲੋਕਾਂ ਨੂੰ ਸਾਡੀ ਕੀਤੀ ਹੋਈ ਗੱਲ ਤੇ ਇਤਬਾਰ ਨਹੀਂ ਸੀ। ਅਸੀਂ ਇਹ 5 ਸਾਲ ਵਿੱਚ ਇਸ ਹਿਸਾਬ ਨਾਲ ਕੰਮ ਕਰਵਾਇਆ, ਇਸ ਹਿਸਾਬ ਨਾਲ ਅਸੀਂ ਲੋਕਾਂ 'ਚ ਰਹੇ ਹਾਂ, ਲੋਕਾਂ ਨਾਲ ਵਿਚਰੇ ਹਾਂ, ਲੋਕਾਂ ਦੇ ਦੁੱਖ ਸੁੱਖ 'ਚ ਹਿੱਸਾ ਪਾਇਆ, ਲੋਕਾਂ ਦਾ ਸਾਥ ਦਿੱਤਾ ਕਿ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਜੋ ਵੀ ਗੱਲ ਮੂੰਹੋਂ ਕੱਢਦੇ ਨੇ ਉਹ ਪੂਰੀ ਕਰਦੇ ਨੇ। ਭਾਵੇਂ ਉਹ ਮਤਲਬ 10 ਕੰਮ ਹੈਗੇ ਆ, ਅਸੀਂ 8 ਕਰਵਾ ਸਕਦੇ ਹਾਂ, ਪਰ ਲੋਕਾਂ ਨੂੰ ਸਾਡੀ ਕੀਤੀ ਜ਼ੁਬਾਨ ਤੇ ਇਤਬਾਰ ਹੈ। ਭਾਵੇਂ ਉਦਮ ਸਿੰਘ ਜੀ ਦਾ ਮੈਮੋਰੀਅਲ ਸੀ, ਮੇਰੇ ਹਸਬੈਂਡ ਨੇ ਐਲਾਨ ਕੀਤਾ ਸੀ ਕਿ ਜੇ ਸਰਕਾਰ ਨੇ ਪੈਸਾ ਨਾ ਵੀ ਦਿੱਤਾ ਤਾਂ ਨਿੱਜੀ ਜ਼ਮੀਨ ਵੇਚ ਕੇ ਬਣਾਵਾਂਗੇ, ਪਰ ਬਣਵਾਵਾਂਗੇ ਜ਼ਰੂਰ। ਮੈਂ ਤਾਂ ਧੰਨਵਾਦੀ ਹਾਂ ਇੱਥੋਂ ਦੇ ਲੋਕਾਂ ਦੀ, ਉਹਨਾਂ ਨੇ ਇੰਨਾ ਮਾਣ ਬਖਸ਼ਿਆ। ਤੇ ਮੇਰਾ ਕੰਪੀਟੀਸ਼ਨ ਦੇਖੋ, ਕਈ ਪਾਰਟੀਆਂ ਚੋਣ ਮੈਦਾਨ ਵਿੱਚ ਉਤਰਨਗੀਆਂ, ਅੱਗੇ ਕੀ ਹਾਲਾਤ ਬਣਦੇ ਇਹ ਵਕਤ ਹੀ ਦੱਸੇਗਾ। ਪਰ ਮੇਰਾ ਕੰਪੀਟੀਸ਼ਨ ਮੇਰੇ ਨਾਲ ਹੈ, ਔਰ ਮੇਰੇ ਬੋਰਡਸ ਤੇ ਵੀ ਤੁਸੀਂ ਦੇਖ ਸਕਦੇ ਹੋ ਮੈਂ ਇੱਕੋ ਹੀ ਲਾਈਨ ਲਿਖੀ ਹੈ, ਮੇਰੇ ਕੰਮ ਹੀ ਮੇਰੀ ਪਹਿਚਾਣ ਹੈ। ਔਰ ਮੈਨੂੰ ਇਸ ਵਾਰ ਯਕੀਨ ਹੈ ਕਿ ਲੋਕੀ ਕੰਮਾਂ ਨੂੰ ਵੇਖ ਕੇ ਵੋਟ ਪਾਉਣਗੇ। ਕਿਸਾਨੀ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ? ਕਿਸਾਨੀ ਸੰਘਰਸ਼ ਦਾ ਜਿਹੜਾ ਅਸਰ ਆਉਣ ਵਾਲੀ ਚੋਣਾਂ ਦੇ ਵਿੱਚ ਹੋਣ ਵਾਲਾ ਹੈ? ਦੇਖੋ, ਕਿਸਾਨੀ ਸੰਘਰਸ਼, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਹੈਗਾ ਉਹ ਇੰਨਾ ਉੱਚਾ ਤੇ ਸੁੱਚਾ ਉਹ ਸੰਘਰਸ਼ ਸੀਗਾ। ਐਡੀ ਵੱਡੀ ਉਹ ਜਿੱਤ ਸਾਡੇ ਕਿਸਾਨ ਵੀਰਾਂ ਨੇ ਹਾਸਿਲ ਕੀਤੀ। ਇੰਨੀ ਦੇਰ ਉਹਨਾਂ ਨੇ ਉੱਥੇ ਦਿੱਲੀ ਤੇ ਜਾ ਕੇ ਧਰਨਾ ਲਗਾਇਆ, ਦਿੱਲੀ 'ਚ ਬੈਠੇ ਰਹੇ, ਮੁੜੇ ਨਹੀਂ ਵਾਪਸ ਜਦ ਤੱਕ ਕਿ ਅਸੀਂ ਉਹ ਤਿੰਨੋਂ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਨਹੀਂ ਕਰਵਾ ਲਏ। ਸਰਕਾਰਾਂ ਦੇ ਗੋਡੇ ਨਹੀਂ ਥੱਲੇ, ਮਤਲਬ ਗੋਡੇ ਟੇਕਣੇ ਪਏ ਸਰਕਾਰ ਨੂੰ। ਸੋ ਉਸ ਸੰਘਰਸ਼ ਨੂੰ ਅਸੀਂ ਵੋਟਾਂ ਨਾਲ ਤੋਲ ਕੇ ਉਸ ਸੰਘਰਸ਼ ਵਿੱਚ ਫਿੱਕ ਨਾ ਪਾਈਏ। ਉਹ ਬਹੁਤ ਹੀ ਉੱਚਾ ਔਰ ਸੁੱਚਾ ਸੰਘਰਸ਼ ਸੀਗਾ, ਜਿਹਦੇ ਵਿੱਚ ਸਾਰੇ ਆਪਣੀਆਂ ਪਾਰਟੀਆਂ, ਆਪਣੇ ਜਾਤ, ਆਪਣੇ ਧਰਮ, ਹਰ ਚੀਜ਼ ਤੋਂ ਉੱਪਰ ਉੱਠ ਕੇ ਆਪਣੇ ਹੋਂਦ ਤੇ ਆਪਣੇ ਸੂਬੇ ਦੇ ਹੋਂਦ ਔਰ ਸੂਬੇ ਦੀ ਉਹਦੇ ਪਿੱਛੇ, ਸੂਬੇ ਦੀ ਇੱਕ ਅਣਖ ਪਿੱਛੇ ਅਸੀਂ ਉਹ ਲੜਾਈ ਲੜੀ ਸੀ। ਵੋਟਾਂ ਵਿੱਚ ਜ਼ਰੂਰ ਦੇਖੋ ਉੱਥੇ ਕਈ ਉਸ ਐਡਾ ਵੱਡਾ ਸੰਘਰਸ਼ ਸੀਗਾ, ਹਜ਼ਾਰਾਂ ਲੱਖਾਂ ਵਿੱਚ ਲੋਕਾਂ ਨੇ ਉਹਦੇ ਵਿੱਚ ਹਿੱਸਾ ਲਿਆ। ਉਹਨਾਂ ਦੀ ਪੋਲੀਟੀਕਲ ਐਫੀਲੀਏਸ਼ਨਸ ਹੋ ਸਕਦੀਆਂ, ਪਰ ਕਿਸਾਨੀ ਸੰਘਰਸ਼ ਨੂੰ ਪੋਲੀਟੀਸਾਈਜ਼ ਕਰਨਾ ਗਲਤ ਹੋਊਗਾ। ਵੋਟਾਂ ਤੇ ਕੀ ਅਸਰ ਪਏਗਾ ਇਹ ਵਕਤ ਹੀ ਦੱਸੇਗਾ। ਔਰ ਮੇਰੀ ਉਹਨਾਂ ਨੂੰ ਵੀ ਅਪੀਲ ਹੈ ਜਿਹੜੀ ਸਾਡੀ ਕਿਸਾਨੀ ਜਥੇਬੰਦੀਆਂ ਕਿ ਅੱਜ ਉਹਨਾਂ ਦੀ ਇੱਜ਼ਤ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਥੇ ਪਹੁੰਚ ਚੁੱਕੀ ਹੈ ਕਿ ਲੋਕ ਉਹਨਾਂ ਨੂੰ ਧਿਆਉਂਦੇ ਨੇ, ਲੋਕ ਉਹਨਾਂ ਨੂੰ ਸਤਿਕਾਰ ਕਰਦੇ ਆ ਕਿ ਇਹਨਾਂ ਨੇ ਸਾਡੇ ਪਿੱਛੇ ਐਡੀ ਲੰਬੀ ਦੇਰ ਉੱਥੇ ਜਹਿਦ ਕੀਤੀ, ਲੜਾਈ ਲੜੀ, ਤੇ ਅੱਜ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹਿੱਸਾ ਬਣ ਜਾਣਗੇ ਤਾਂ ਉਸ ਚੀਜ਼ ਨੂੰ ਕਿਰਕਰਾ ਕਰਨ ਵਾਲੀ ਗੱਲ। ਪੰਜਾਬ ਦੇ ਵਿੱਚ ਕਿੰਨੀ ਸੀਟਾਂ ਦੀ ਉਮੀਦ ਕਰਦੇ ਹੋ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ? ਦੇਖੋ, ਮੈਂ ਕੋਈ ਪੋਲੀਟੀਕਲ ਉਹ ਨਹੀਂ ਹੈਗੀ, ਕੋਈ ਜੋਤਸ਼ੀ ਨਹੀਂ ਹੈਗੀ ਜਾਂ ਕੋਈ ਇਹ ਜਿਵੇਂ ਆਪਣੇ ਸੁਨਾਮ ਤੋਂ ਇਲਾਵਾ ਕੋਈ ਹੋਰ ਸੀਟ ਨਜ਼ਰ ਬਾਜਵਾ ਜੀ, ਜਿਵੇਂ ਪੰਜਾਬ ਸਰਕਾਰ ਨੇ ਕੰਮ ਕਰਾਏ, ਮੈਂ ਤੁਹਾਨੂੰ ਇੰਨਾ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਪਿਛਲੀ ਵਾਰੀ ਨਾਲੋਂ ਜ਼ਿਆਦਾ ਸੀਟਾਂ ਜਿੱਤ ਕੇ ਅਸੀਂ ਸਰਕਾਰ ਬਣਾਵਾਂਗੇ। ਇਹ ਸਾਡੇ ਨਾਲ ਸੀ ਸੁਨਾਮ ਤੋਂ ਦਮਨ ਬਾਜਵਾ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ 5 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ, ਸੁਨਾਮ ਦੇ ਵਿੱਚ ਲੋਕਾਂ ਦੇ ਕੰਮ ਕਰਾਏ ਜਾ ਰਹੇ ਨੇ। ਉਹ ਉਮੀਦ ਕਰਦੇ ਨੇ ਕਿ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਸਰਕਾਰ ਬਣੂਗੀ, ਲੇਕਿਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੇ ਲੋਕ ਨੇ ਕਿਹੜੀ ਪਾਰਟੀ ਦੇ ਸਿਰ ਜਿੱਤ ਦਾ ਸਿਹਰਾ ਬੰਦੇ ਨੇ। ਸੰਗਰੂਰ ਤੋਂ ਸਾਂਝਾ ਟੀਵੀ ਲਈ ਟੋਨੀ ਸ਼ਰਮਾ ਦੀ ਰਿਪੋਰਟ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।